ਵੈਲਕਮ ਟੂ ਦ ਗਰੇਵਲ ਸ਼ੋ। ਮੈਂ ਤੁਹਾਡਾ ਹੋਸਟ ਗੁਰਿੰਦਰ ਸਿੰਘ ਗਰੇਵਾਲ। ਆਪ ਸਭ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਖਾਸ ਮਹਿਮਾਨ ਲੈ ਕੇ ਆਏ ਹਾਂ ਇੰਡੀਆ ਤੋਂ, ਪੰਜਾਬ ਤੋਂ। ਜਿੱਦਾਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਕੋਵਿਡ ਦੀ ਸਿਚੁਏਸ਼ਨ ਚੱਲ ਰਹੀ ਹੈ, ਉਹਦੇ ਨਾਲ ਸਾਰਾ ਵਰਲਡ ਇਜ਼ ਐਟ ਅ ਸਟੈਂਡ ਸਟਿਲ, ਤੇ ਉਹਦੇ ਕਰਕੇ ਆਪਣੇ ਜਿਹੜੇ ਕੈਨੇਡੀਅਨਸ ਜਿਹੜੇ ਸਟਕ ਨੇ ਪੰਜਾਬ ਦੇ ਵਿੱਚ, ਇਟਸ ਅ ਵੈਰੀ ਬਿਗ ਡਿਲੇਮਾ ਫॉर them ਐਸ ਟੂ ਕਿ ਉਹਨਾਂ ਨੇ ਵਾਪਸ ਕੈਨੇਡਾ ਕਿਸ ਤਰ੍ਹਾਂ ਆਉਣਾ। ਪਰ ਕੋਵਿਡ-19 ਦੀ ਗੱਲ ਕਰਨ ਤੋਂ ਪਹਿਲਾਂ ਮੈਂ ਆਪਦੇ ਗੈਸਟ ਨੂੰ ਤੁਹਾਡੇ ਨਾਲ ਮਿਲਾਉਣ ਜਾ ਰਿਹਾ, ਨਿਊਟਨ ਸਿੱਧੂ। ਸਿੱਧੂ ਸਾਹਿਬ, ਵੈਲਕਮ ਟੂ ਦ ਸ਼ੋ। ਥੈਂਕ ਯੂ ਜੀ। ਨਿਊਟਨ ਸਾਹਿਬ, ਸਾਡੇ ਵਿਊਅਰਸ ਨੂੰ ਤੁਸੀਂ ਆਪਦੇ ਬਾਰੇ ਦੱਸੋ ਕਿ ਤੁਸੀਂ ਕੀ ਕਰਦੇ ਹੋ ਇੰਡੀਆ ਦੇ ਵਿੱਚ, ਤੁਹਾਡਾ ਬੈਕਗ੍ਰਾਉਂਡ ਕੀ ਹੈ? Garewal Saab, I'm running a training institute here, which is quite a different. I have a training institute where we train canines. Dogs no we train karte hain for detection of explosive narcotics, and we sell it to paramilitary forces and to state police forces in India. And I have trainers who are from jehde Canadian resident hai, uthe in which mere ko work permit te job kar rahe hain ji। And it jehda sara hun piche chal raha si, it was just because of that only. Toda business ਉਹ basically you're dealing with the police forces and the government, ਜਿਹੜੇ ਇੰਡੀਆ ਦੇ ਵਿੱਚ ਜਦੋਂ ਵੀ ਉਹਨਾਂ ਨੂੰ dogs ਚਾਹੀਦੇ ਨੇ protection ਦੀ। Yeah, federal forces and state police forces, I deal with them ਜੀ। ਠੀਕ ਹੈ, ਤੇ ਜਿਹੜੇ ਫਿਰ ਤੁਹਾਡੇ ਜਿਹੜੇ ਵਰਕਰ ਨੇ, ਤੁਹਾਡੇ EMPLOYEES ਨੇ, ਉਹਨਾਂ ਦੇ ਵਿੱਚ ਤੁਹਾਡੇ ਕੋਲੇ ਕੁਝ ਕੈਨੇਡੀਅਨ ਸਿਟੀਜ਼ਨ ਵੀ ਕੰਮ ਕਰਦੇ ਨੇ? हाँ जी, मेरे को कैनेडियन सिटीजन है जी इस टाइम। ही इज ऑन अ वर्क परमिट टू इंडिया विद मी। ही इज वर्किंग हियर फॉर लास्ट ऑलमोस्ट वाउ। इट वाज जस्ट बिकॉज ऑफ हिम दैट आई गॉट इन्वॉल्वड इन दिस बीइंग स्टक इन पंजाब। ठीक है, सो ਜਦੋਂ ਆਪਾਂ ਕੋਵਿਡ-19 ਦੀ ਸਿਚੁਏਸ਼ਨ ਦੀ ਗੱਲ ਕਰਦੇ ਹਾਂ ਤੇ ਕੈਨੇਡੀਅਨਸ ਦੀ ਗੱਲ ਕਰਦੇ ਹਾਂ, ਬਿਫੋਰ ਮੈਂ ਤੁਹਾਨੂੰ ਪੁੱਛਾਂ ਕਿ ਤੁਸੀਂ ਉਸ ਪ੍ਰੋਜੈਕਟ ਦੇ ਨਾਲ ਕਿੱਦਾਂ ਸ਼ੁਰੂਆਤ ਕੀਤੀ, ਸਾਡੇ ਵਿਊਅਰਸ ਨੂੰ ਦੱਸੋ ਤੁਹਾਡੀ ਸਿਟੀਜ਼ਨਸ਼ਿਪ, ਤੁਸੀਂ ਕੈਨੇਡੀਅਨ ਸਿਟੀਜ਼ਨ ਹੋ? ਨਹੀਂ ਜੀ, ਆਈ ਐਮ ਵੈਰੀ ਪ੍ਰਾਊਡ ਇੰਡੀਅਨ ਸਿਟੀਜ਼ਨ ਜੀ। ਸੋ ਬੀਇੰਗ ਐਨ ਪ੍ਰਾਊਡ ਇੰਡੀਅਨ, ਤੁਸੀਂ ਕੈਨੇਡੀਅਨਸ ਦੀ ਹੈਲਪ ਕਰ ਰਹੇ ਹੋ ਇੰਡੀਆ ਦੇ ਵਿੱਚ? ਹਾਂਜੀ, ਬਿਲਕੁਲ। ਦੈਟਸ ਵੈਰੀ ਨਾਈਸ ਆਫ ਯੂ, ਦੈਟਸ ਵੈਰੀ ਨਾਈਸ ਆਫ ਯੂ। ਤੇ ਹੁਣ ਸਾਨੂੰ ਤੁਸੀਂ ਦੱਸੋ, ਜਿਹੜਾ ਤੁਹਾਡਾ ਕੈਨੇਡੀਅਨ ਸਟਕ ਇਨ ਪੰਜਾਬ ਇੱਕ ਮੋਮੈਂਟਮ ਸ਼ੁਰੂ ਕੀਤਾ ਹੋਇਆ ਤੁਸੀਂ, ਉਹਦੇ ਬਾਰੇ ਦੱਸੋ ਕਿ ਉਹ ਕਿਸ ਤਰ੍ਹਾਂ ਹੋਂਦ ਦੇ ਵਿੱਚ ਆਇਆ? ਤੁਹਾਨੂੰ ਦੱਸਦਾ, ਜਿਵੇਂ ਮੈਂ ਤੁਹਾਨੂੰ ਦੱਸਿਆ, ਮੈਂ ਕੈਨੇਡੀਅਨ ਸਿਟੀਜ਼ਨ ਜੌਬ ਕਰ ਰਿਹਾ ਸੀ। ਦੀ ਸਿਚੁਏਸ਼ਨ ਸਟਾਰਟ ਹੋਈ ਐਂਡ ਹੀ ਵਾਂਟਡ ਟੂ ਗੋ ਬੈਕ, so he tried to got in touch with your Canadian High Commission back in Delhi, your Consul General here, but he was not getting any proper response from them कि भी की चीज होनी है, किस तरह होना है। वो कभी कहना इत्थे रजिस्टर कर लो, फिर कॉल्स करते, वो कॉल सीधी उन्हां दी ऑटोवा चले जांदियां सी, उत्थे की दिन हो कॉल्स होल्ड रहनियां, तो कुछ समझ नहीं आ रहा सीगा। Meanwhile, his wife was getting very panicky over there कि भी असीं किवें करना है, की होएगा। So those things were going on, and नाल ਸਾਡੇ ਨਾਲ ਕੁਝ ਬੰਦੇ ਜੁੜੀ ਗਏ because he is a Canadian citizen. He knew lot of other people who were stuck here. ਇੱਥੇ ਆਪਣਾ ਕੈਨੇਡਾ ਵੀ, ਵੈਨਕੂਵਰ ਚ ਵੀ ਉਹਨਾਂ ਨੂੰ ਕਈ ਬੰਦੇ ਮਿਲਣ ਲੱਗ ਪਏ। ਉਹਨਾਂ ਨੇ ਕਿਹਾ ਮੇਰੇ ਹਸਬੈਂਡ ਵੀ ਟਰਾਈ ਕਰ ਰਹੇ ਆਉਣ ਦੀ। So it started into that movement ਬਣਦੀ ਗਈ। then ਉੱਥੇ ਕੈਨੇਡਾ ਬੈਠੇ ਜਿਹੜੇ ਬਾਕੀ ਮੇਰੇ ਨਾਲ ਬੰਦੇ ਜੁੜੇ ਥਰੂ ਗੀਨਾ ਠੱਕਰ ਜੀ, ਉਹਨਾਂ ਨੇ ਇੱਕ ਫੇਸਬੁੱਕ ਪੇਜ ਬਣਾਤਾ ਤੇ ਉਹ ਚੀਜ਼ਾਂ ਇਨੀਸ਼ੀਏਟ ਹੋਈਆਂ। then we thought ਕਿ let's charter a plane and we can send these people from here to Canada on that charter plane, and because of that ਪਲੇਨ ਦੀ ਗੱਲ ਕਰਨ ਤੋਂ ਪਹਿਲਾਂ ਸਿੱਧੂ ਸਾਹਿਬ, what I want to know is ਤੁਹਾਡੇ ਜਿੱਦਾਂ ਇੱਕ ਇੰਡੀਵਿਜੂਅਲ ਤੋਂ ਸਾਰਾ ਕੰਮ ਸ਼ੁਰੂ ਹੋਇਆ ਜਿਹੜੇ ਕਿ ਤੁਹਾਡੇ ਲਈ ਕੰਮ ਕਰਦੇ ਕੈਨੇਡੀਅਨ ਸਿਟੀਜ਼ਨ, ਤੇ ਉਸ ਤੋਂ ਬਾਅਦ ਤੁਹਾਡੇ ਨਾਲ ਹੋਰ ਲੋਕ ਜੁੜਦੇ ਰਹੇ? ਹਾਂਜੀ, ਤੇ ਇਹ ਜਿਹੜੇ ਤੁਹਾਡੇ ਨਾਲ ਲੋਕ ਜੁੜੇ, ਇਹ ਸਾਰੇ ਪੰਜਾਬ ਦੇ ਵਿੱਚੋਂ ਸੀ ਕਿ ਅਦਰ ਪਾਰਟਸ ਆਫ ਇੰਡੀਆ ਦੇ ਵਿੱਚੋਂ ਵੀ ਹੈਗੀ? ਮੇਰੇ ਕੋਲ ਜੀ ਬੰਦੇ ਬੈਂਗਲੌਰ ਤੋਂ, ਕੈਲਕਟਾ ਤੋਂ, ਹਰਿਆਣਾ ਤੋਂ, ਉਸ ਤੋਂ ਬਾਅਦ ਚੇਨਈ ਤੋਂ, हैदराबाद, Bombay, Delhi, वो चीज हो because it was viral. Immediately people started getting in touch with me, मैंने phone calls, WhatsApp ਤੇ messages, email और Facebook ਤੇ ਉੱਥੇ ਜਿਹੜੀ ਸੀਗੀ they started asking ਕਿਵੇਂ ਹੋਏਗਾ ਕੀ ਚੀਜ਼।
So all of a sudden it started like a wildfire, I would say. ਤੇ ਉਹ ਜਿੱਦਾਂ ਜਦੋਂ ਲੋਕ ਤੁਹਾਨੂੰ ਕੰਟੈਕਟ ਕਰਦੇ ਸੀ ਕੀ ਤੁਹਾਨੂੰ ਆ ਕੇ ਮਿਲਦੇ ਸੀ ਕਿ ਫੋਨ ਤੇ ਗੱਲਬਾਤ ਕਰਦੇ ਸੀ? ਦੇਖੋ ਜੀ ਮਿਲਣਾ ਤਾਂ ਪੋਸੀਬਲ ਨਹੀਂ ਸੀ ਕਿਉਂਕਿ ਇੱਥੇ ਕਰਫਿਊ ਲੱਗ ਗਿਆ, ਇਟਸ ਲੌਕਡਾਊਨ ਬੇਸਿਕਲੀ, ਦ ਪੀਪਲ ਆਰ ਨਾਟ ਅਲਾਉਡ ਟੂ ਮੂਵ ਆਊਟ ਐਨੀਵੇਅਰ, ਸੋ ਦੇ ਵਰ ਕਾਲਿੰਗ ਮੀ, WhatsApp ਤੇ ਕਾਲਸ ਆ ਰਹੀਆਂ ਸੀਗੀਆਂ, ਮੇਰੇ ਨੰਬਰ ਤੇ ਕਾਲ ਸੀਗੀਆਂ, ਤੇ ਫੇਸਬੁੱਕ ਤੇ ਉਹ ਅੱਗੇ ਤੋਂ ਅੱਗੇ ਲੋਕਾਂ ਨੂੰ ਕੈਪਟ ਔਨ ਟਾਕਿੰਗ, ਬਿਕਾਜ਼ ਮੇਰੀ ਆਦਤ ਹੈ ਕੋਈ ਵੀ ਕਾਲ ਕਰਦਾ ਆਲਵੇਜ਼ ਟੇਕ ਅ ਕਾਲ, ਐਂਡ ਅਗਰ ਕਾਲ ਮਿਸ ਹੋ ਜਾਂਦੀ ਹੈ ਆਲਵੇਜ਼ ਯੂਜ਼ ਟੂ ਕਾਲ them back just to ask them ਵੀ ਕੀ ਹੋਇਆ, ਕੀ ਚੀਜ਼ ਹੈ। ਸੋ I think ਉਹਦੇ ਨਾਲ people started getting interested in what I was trying to do for them here. ਠੀਕ ਹੈ, ਤੇ ਫਿਰ ਜਿਹੜਾ ਤੁਹਾਡਾ ਸਾਰਾ ਇਹ ਸਿਚੁਏਸ਼ਨ ਸੀਗੀ ਉਹ ਇਹ ਵੈਨਕੂਵਰ ਦੇ ਵਿੱਚ ਸਭ ਤੋਂ ਪਹਿਲਾਂ ਪਹੁੰਚੀ ਕੈਨੇਡਾ ਦੇ ਵਿੱਚ, is that right? ਹਾਂਜੀ, yeah. ਤੇ ਫਿਰ ਵੈਨਕੂਵਰ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਨੇ ਆਲਰੇਡੀ ਇੱਥੇ, ਜਿਹੜੇ ਕੈਨੇਡੀਅਨਸ ਆਲਰੇਡੀ ਵੈਨਕੂਵਰ ਦੇ ਵਿੱਚ ਰਹਿੰਦੇ ਨੇ, ਕੀ ਉਹਨਾਂ ਨੇ ਵੀ ਤੁਹਾਨੂੰ ਇਨ ਟੱਚ ਹੋਏ ਤੁਹਾਡੇ? ਹਾਂਜੀ, ਉਹਨਾਂ ਦੇ ਜਿਹੜੇ ਇੱਥੇ ਰਿਲੇਟਿਵਸ ਪੰਜਾਬ ਫਸੇ ਸੀਗੇ, ਦੋਸ ਪੀਪਲ ਫਰਮ ਕੈਨੇਡਾ ਸਟਾਰਟਡ ਕਾਲਿੰਗ ਮੀ ਅਪ। ਫਿਰ ਉਹਨੂੰ ਮੈਂ ਦੱਸਿਆ ਜੀ ਮੈਂ ਤਾਂ ਇੱਥੇ ਜਸਟ ਹੈਲਪ ਕਰ ਰਿਹਾ, ਇਕੱਲਾ ਬੰਦਾ ਹੈ। ਸੋ ਜਿਹੜੇ ਉੱਥੇ ਜੁੜੇ ਹੋਏ ਆ 3 ਜਣੇ, ਮਿਸਟਰ ਹਰਜੀਤ ਗਿੱਲ ਹੋ ਗਏ, ਸੁਖੀ ਸੰਧੂ, ਉਹ ਵੀ ਇਹਨਾਂ ਨੇ ਇੰਟਰੋਡਿਊਸ ਕਰਾਇਆ ਸੀ, ਗੀਨਾ ਠੱਕਰ ਉਹਨਾਂ ਨੇ, ਹਰਜੀਤ ਗਿੱਲ, ਬਿਕਾਜ਼ ਮੈਨੂੰ ਤਾਂ ਕੋਈ ਉੱਥੇ ਜਾਣਦਾ ਨਹੀਂ ਸੀਗਾ ਐਕਸੈਪਟ ਫॉर ਗੀਨਾ ਠੱਕਰ ਜਿਨ੍ਹਾਂ ਦੇ ਹਸਬੈਂਡ ਮੇਰੇ ਕੋਲ ਜੌਬ ਕਰਦੇ ਆ। ਸੋ ਪੀਪਲ ਸਟਾਰਟਡ ਗੈਟਿੰਗ ਟੂਗੇਦਰ ਕਿ ਹੋ ਸਕਦਾ ਕੀ ਹੈਲਪ ਕਰ ਸਕਦੇ ਆ। So things started multiplying from Canada only. ਅੱਛਾ, ਤੇ ਫਿਰ ਉਸ ਤੋਂ ਬਾਅਦ ਮੋਮੈਂਟਮ ਚੱਲਦਾ ਰਿਹਾ, then eventually you ended up making a plan for Canadians to come back to Canada. I would agree with you. We started, and then I got with your Canadian High Commission. Even I tried to call up a few of the politicians back there, learned of Canada, who are the member parliament of Punjabi origin. I tweeted them to them. I sent them emails also, called them, but unfortunately they were too occupied with their own personal agendas. So never got a response from them. Then fortunately your High Commission, they got back to me. They said, okay, Mr. Sidhu, if you want, we can guide you and help you in getting the permission for your charter company. So you need better certain set of documents and everything so that we can proceed. So ਜਿਹੜਾ ਇੰਡੀਆ ਦੇ ਵਿੱਚ ਕੈਨੇਡੀਅਨ ਹਾਈ ਕਮਿਸ਼ਨ ਸੀਗਾ, ਉਹਨਾਂ ਨੇ ਤੁਹਾਡੀ ਹੈਲਪ ਕਰਨੀ ਸ਼ੁਰੂ ਕੀਤੀ? ਹਾਂਜੀ, that too was after ਗੀਨਾ ਠੱਕਰ ਹੁਣਾਂ ਤੇ ਇਹਨਾਂ ਦੀ ਟੀਮ ਨੇ ਉੱਥੇ, ਤੇ ਸੁਖੀ ਸੰਧੂ ਉਹਨਾਂ ਦੀ ਟੀਮ, ਇਹਨਾਂ ਨੇ ਮਿਲ ਕੇ ਉੱਥੇ ਵਗੈਰਾ ਕੀਤੀ। ਪ੍ਰਾਈਮ ਮਿਨਿਸਟਰ ਆਫਿਸ ਉੱਥੇ ਕੋਈ ਲੇਡੀ ਹੈ Kate Telford, ਉਹਦੇ ਨਾਲ ਇਨ ਟੱਚ ਹੋਏ, ਉਹਨੇ ਈਮੇਲ ਕੀਤੀ, that email came to your Canadian High Commission, then the thing started rolling. ਤੇ ਜਿਹੜੇ Kate Telford ਨੇ, ਇਹ ਵੀ ਮੈਂਬਰ ਪਾਰਲੀਮੈਂਟ ਨੇ ਕੈਨੇਡਾ ਦੇ ਵਿੱਚ? ਉਹ ਮੈਨੂੰ ਪਤਾ, she is working, I think she is a bureaucrat there, working in Prime Minister office, Thorsten Trudeau ਉਹਨਾਂ ਦੇ ਆਫਿਸ ਕਰਦੇ ਆ। ਮੈਂ ਤਾਂ ਈਮੇਲ ਆਈਡੀ ਤੋਂ ਹੀ ਅੰਦਾਜ਼ਾ ਲਾਇਆ, ਬਿਕਾਜ਼ she writes Kate Telford @ ਜਿਹੜਾ ਉਹਨਾਂ ਦਾ ਹੈ PMO. ਜਿਹੜੀ ਤੁਹਾਡੇ ਹੈ ਉੱਥੋਂ ਈਮੇਲ ਆਈ ਸੀ ਸਾਨੂੰ ਜੀ। ਤੇ ਜਦੋਂ ਇਹ ਤੁਸੀਂ ਸਾਰਾ ਕੁਝ ਕਰ ਰਹੇ ਸੀਗੇ, ਜਿੱਦਾਂ ਤੁਸੀਂ ਕਿਹਾ ਤੁਸੀਂ you tried to get in touch with MPs of Indian origin or Punjabi origin as per se, ਉਹਦੇ ਚ ਤੁਸੀਂ ਕਿੰਨੇ ਕੁ MPs ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ? ਦੇਖੋ, ਟਵੀਟ ਤਾਂ ਮੈਂ ਕੀਤੀ ਸੀ to 12 or 13 people, then I tried calling up 5 of them. But as I told you, they were busy with their own work, personal work, official work, or they were too quiet. Back to even to the people who were here, told them also, ਵੀ ਤੁਸੀਂ ਵੀ ਲਿਖੋ, ਸ਼ਾਇਦ ਉਹ ਸੋਚਦੇ ਹਨ ਕਿ ਮੈਂ ਇੰਡੀਅਨ ਹਾਂ, ਮੈਂ ਕਿਉਂ ਲਿਖ ਰਿਹਾ। ਉਹਨਾਂ ਨੇ ਉਹਨਾਂ ਨੂੰ ਲਿਖਣਾ ਸ਼ੁਰੂ ਕੀਤਾ, ਕਾਲਸ ਕੀਤੀਆਂ। So there was nothing satisfactory we got back from them. So ਤੁਹਾਨੂੰ ਕਿਸੇ ਵੀ ਮੈਂਬਰ ਪਾਰਲੀਮੈਂਟ ਨੇ ਕੈਨੇਡਾ ਤੋਂ ਕਿਸੇ ਵੀ ਤਰ੍ਹਾਂ ਨਾਲ ਕਦੇ ਕੰਟੈਕਟ ਕੀਤਾ ਜਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ? ਨਹੀਂ ਜੀ, ਕਿਸੇ ਨੇ ਨਹੀਂ ਕੀਤੀ। ਬਸ ਇੱਕ ਵਾਰੀ ਕਿਸੇ ਦਾ ਮੈਸੇਜ ਆਇਆ ਸੀਗਾ, I don't want to name any of them, so ਉਹਨਾਂ ਦਾ ਆਇਆ ਕਿ ਤੁਸੀਂ ਕੈਨੇਡੀਅਨ ਹਾਈ ਕਮਿਸ਼ਨ ਨਾਲ ਗੱਲ ਕਰੋ। That was the only thing he told me. So we were, by that time we were already in touch with Canadian High Commission, and we were already moving ahead with our this thing कि भी ਅਸੀਂ ਕਿਵੇਂ ਨੂੰ proceed ਕਰਨਾ ਹੈ ਜੀ।
ओके, सो जदों तुसी फिर कैनेडियन हाई कमीशन दे नाल इन टच होए, उस तो बाद फिर की बने? Canadian High Commissioner, when we got in touch, they told us, they gave us 7 points which we had to complete. And Uday, which coffee, it's because I am not a aviation expert, so I got in touch with a charter company who actually is into business of chartering planes and all. So I asked information Canadian High Commission in Mangia, so can you do it? They said, yeah, definitely. So they started compiling all the information, which is of tons and tons of pages, I would say. That was completely combined. Then your Canadian High Commission told me that we need the information of the people also who are associated with you, who got in touch with you, and they want to go back. So मैंने लोगों ने जिन्होंने email से अपनी details वगैरह share कीतियां सी, उसी सारा उन्हों they call it a package. So complete असी package बना के जिधे chartering company details, किन्ने दी ticket दी cost होएगी, and all those stuff was submitted to Canadian High Commission, and everything was being done on an email. There was nothing in the air. All information was shared with them on the email. ਤੁਸੀਂ ਸਾਰਾ ਪੈਕੇਜ ਆਪਦੇ ਵੱਲੋਂ ਬਣਾ ਕੇ ਜਦੋਂ ਕੈਨੇਡੀਅਨ ਹਾਈ ਕਮਿਸ਼ਨ ਨੂੰ ਭੇਜਿਆ ਤਾਂ ਫਿਰ ਉਹਨਾਂ ਦਾ ਕੀ ਰਿਸਪੌਂਸ ਆਇਆ? Canadian High Commission ਨੇ ਸਾਨੂੰ ਰਿਸਪੌਂਸ ਦਿੱਤਾ ਜੀ ਅਸੀਂ ਇਹ ਸਾਰਾ ਪ੍ਰੋਸੈਸ ਕਰਕੇ there is a document known as note verbal. It's a French word, verbal ਕਹਿੰਦੇ ਆ, ਜਿਹੜਾ ਕਿ diplomatic through use ਹੁੰਦਾ, and it goes to the Ministry of External Affairs in India, which is like your affairs back in Canada. And they process, they see all the documents and everything. Then they tell the Aviation Authority in India, which is known as DGCA, Director General of Civil Aviation. Onu kehne bhi inna ne sanu, this charter company wants to repatriate stuck Canadian citizens, and they have submitted their flight plans. Complete flight plans are submitted to them, which was submitted to them. And DGCA ne fir sanu kiya ji, okay, you can fly 38 tentative dates jehdiyan tusi diti, we allow you to fly out from here. So all the paper unhone sanu sadi charter company nu deta ki bhi you are allowed to fly them here. Thode ja seeda plane di vardi na se wo sab cheezan assi dekhni hai, they are all defined. This is the Canadian High Commission help us. Sidhu sir, मैं थोड़ा इत्थे थोड़ा just stop करना चाहना. It's time for us to go on break. You're watching the Grewal Show with Gurinder Grewal. आज मेरे खास गेस्ट ने न्यूटन सिद्धू चंडीगढ़ तो पंजाब तो ਜਿਹੜਾ ਕਿ ਕੈਨੇਡੀਅਨ ਸਟਕ ਇਨ ਪੰਜਾਬ ਦੇ ਥੱਲੇ ਹੈਲਪ ਕਰ ਰਹੇ ਨੇ ਕੈਨੇਡੀਅਨਸ ਜਿਹੜੇ ਕਿ ਆਲਰੇਡੀ ਕੋਵਿਡ-19 ਕਰਕੇ ਇੰਡੀਆ ਦੇ ਵਿੱਚ ਸਟਕ ਨੇ. We'll be coming back right after this break. ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਕਿ ਜਿਹੜੀ ਸਾਰੀ ਪਲਾਨ ਬਣੀ ਸੀ ਉਹਦਾ ਫਿਰ ਫਾਈਨਲ ਰਿਜ਼ਲਟ ਕੀ ਹੋਇਆ. Keep on watching the Grewal Show. Welcome back to the Grewal Show. मैं ਤੁਹਾਡਾ ਹੋਸਟ ਗੁਰਿੰਦਰ ਸਿੰਘ ਗਰੇਵਾਲ. ਬ੍ਰੇਕ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਰਹੇ ਸੀਗੇ ਨੀਟਨ ਸਿੱਧੂ ਸਾਹਿਬ ਨਾਲ ਚੰਡੀਗੜ੍ਹ ਤੋਂ, ਕੈਨੇਡੀਅਨ ਸਟਕ ਇਨ ਪੰਜਾਬ, ਜਿਨ੍ਹਾਂ ਦੀ ਉਹ ਹੈਲਪ ਕਰ ਰਹੇ ਨੇ. ਬੀਇੰਗ ਐਨ ਇੰਡੀਅਨ ਸਿਟੀਜ਼ਨ, ਸਿੱਧੂ ਸਾਹਿਬ ਕੈਨੇਡੀਅਨਸ ਦੀ ਹੈਲਪ ਕਰ ਰਹੇ ਨੇ ਤਾਂ ਜੋ ਉਹ ਕੈਨੇਡੀਅਨਸ ਆਪਦੇ ਘਰਾਂ ਦੇ ਵਿੱਚ ਵਾਪਸ ਆ ਸਕਣ. ਸਿੱਧੂ ਸਾਹਿਬ, ਵੈਲਕਮ ਬੈਕ. ਸਿੱਧੂ ਸਾਹਿਬ, ਜਿੱਦਾਂ ਤੁਸੀਂ ਦੱਸ ਰਹੇ ਸੀਗੇ, ਸੋ eventually the Canadian High Commission got the whole package from you folks, and then what happened? Then, as I told you, they submitted the same to the Ministry of External Affairs in India, which in turn approved it and gave it to Director General Civil Aviation, which is the Aviation Authority, for further processing it. And everything was done. They cleared it. They gave a sanctioned letter to us, which was with us, not with us, with the charter company. Documents were shared with me also. Then finally it came to that all the freight, the local logistics to be done, the ticketing and all those parts. So I got in touch back with Geena Thakkar in Canada, and told these tickets cannot be done in India because as per the guidelines, these are repatriation flights, and these are not normal commercial flights which can the tickets can be sold over the table or on any internet website. So I told her that she to organize something or talk to a ticketing agent back in Vancouver or in Canada so that the things can be done in a much professional way. Unfortunately, that
not done, and then Gina got in touch with our trust and asked them that if they can open a bank account there and for separate, and they would collect money for the flight. So this is what happened, but she started telling, yeah. So these were people who were in Punjab, but they had family members in Canada who were willing to give the money to Gina and or to you folks in Punjab itself. No, nothing in Punjab. There was no financial transaction being done in Punjab, as if they were not in the guidelines, and we cannot do it. So I will again like to emphasize, nothing was done from here. No financial transaction, no collection of the documents. Everything was on the email. All ticketing was supposed to be done from Canada only. That's what was being done. So here there was no collection of nothing, no collection of the money. Everything was in Vancouver only, and the thing started happening there. So ਜਿਹੜੀ ਤੁਹਾਡੀ flights ਦੀ permission ਮਿਲੀ ਸੀਗੀ, ਇਹ ਕਿਹੜੇ airport ਤੋਂ flights ਚੱਲਦੀਆਂ ਸੀਗੀਆਂ ਇੰਡੀਆ ਦੇ ਵਿੱਚ? ਇਹ ਜੀ flight ਸਾਨੂੰ ਜਿਹੜੀ permission ਮਿਲੀ ਸੀ ਅੰਮ੍ਰਿਤਸਰ ਤੋਂ ਮਿਲੀ ਸੀ. The first supposed to take off from Amritsar, and for refueling and all, it was supposed to stop at Frankfurt. From Frankfurt, they were supposed to go to Toronto and to Vancouver. So these were the flight plans. So ਇਹ ਨਹੀਂ ਵੀ ਕਿਸੇ ਹੋਰ ਸ਼ਹਿਰ ਦੇ ਵਿੱਚ ਨਹੀਂ ਜਾ ਕੇ ਇਹ planes land ਹੋਣੇ ਸੀ? ਨਹੀਂ ਜੀ, ਹੋਰ ਨਹੀਂ ਕਿਤੇ ਹੋਣੇ ਸੀ, ਇੱਥੇ ਹੋਣੇ ਸੀ land. This was the flight plans submitted to the authorities, which were the approvals given for. So now let's fast forward. So ਲੋਕਾਂ ਨੂੰ ਪਤਾ ਲੱਗ ਗਿਆ, they were trying to get the money into you folks, and then what happened with the whole plan? When all of a sudden we came to know, and meanwhile the day we started doing ticketing over there, certain learned MPs of Canadian Parliament, they started coming on radio shows and started saying, don't come on these flights, the private flights stand here. So a lot of muck starting around, and even I was shocked that what is this going on. And the very next day, we got a call from my charter company and the DGCA that your flight have been revoked. When I asked them what the reason is, they said from where the documents were, the authority which had forwarded the document to us, only they can answer it. So we called back the Canadian High Commission. We asked them, so what happened? The permission got revoked. There was only 3-second reply from there, no comments, and they just banged the phone down. So we never knew what had happened, what the story was, but from the social media and from various radio channels running in Canada and other things, was flowing from the day we started this initiative, because people wanted to take the credit for this, and I do the credit all, which was all over the social media, everywhere, that the certain people wanted to take, learned people and parliamentarians, they wanted to take credit for that. And I don't want to point fingers to anyone, any particular individual, because as if you point to someone, 3 fingers point back to you. So I'm not pointing fingers to any particular person, but it's open knowledge and people know it. I get a lot of messages that they said, we know who are the people behind it. I said, it's okay with me, but I tried my level best. And because of that, now the flights are landing here in Amritsar and people will be flying out from here. Earlier, these were the very same member parliament. They said no flights can operate out of Amritsar. Indian government doesn't have permission. And here you guys are, the flights are going out of Amritsar. Only first flight has already yesterday taken off from here, which will be going to Doha, then to Montreal. So for me, that's a victory that I opened up Amritsar for these guys. So Sidhu Sahab, ਇੱਥੇ ਇੱਕ ਸਵਾਲ ਬਣਦਾ ਕਿ ਇਹ ਸਾਰਾ ਕੁਝ ਜਦ ਤੁਸੀਂ ਕੀਤਾ, even though you told us that ਤੁਹਾਡਾ business dog training ਦਾ ਹੈਗਾ, ਕੀ ਤੁਸੀਂ ਕੋਈ ਇਹਦੇ ਚ ਕੋਈ ਪੈਸਾ, ਕੋਈ ਮੁਨਾਫਾ ਤੁਹਾਨੂੰ ਹੋਇਆ? ਮੈਂ ਜੀ ਇਹ ਮੁਨਾਫਾ ਕਰਨ ਵਾਸਤੇ ਕੰਮ ਕੀਤਾ ਹੀ ਨਹੀਂ ਸੀ, ਪਹਿਲੀ ਗੱਲ ਤਾਂ ਇਹ. There was no financial thing in my mind when I started this. ਅਗਰ ਮੈਂ ਕਰਨਾ ਹੁੰਦਾ, I should have done it on my own name, ਜਾਂ ਮੈਂ ਆਪਣੀ ਕੰਪਨੀ ਦੇ ਨਾਂ ਤੇ ਕਰਦਾ. And all the documents were given Canadian High Commission. ਉਹਦੇ ਚ ਅਸੀਂ plane ਕਿੰਨੇ ਤੇ charter ਹੋਇਆ, ਕਿੰਨੇ thing ਕਰ ਰਹੇ ਹਾਂ, each and everything was threadbare, and no money was supposed to come into my account or anybody's account. It was going directly to the charter company only. I was a volunteer helping and making the process smooth. That is what I was doing. That was my agenda.
ਸੋ ਜਿਹੜੀ ਤੁਸੀਂ ਫਲਾਈਟ ਸੈਟਅਪ ਕੀਤੀਆਂ ਸੀਗੀਆਂ ਇਹਦੀ ਜਿਹੜੀ 에ਅਰਲਾਈਨ ਟਿਕਟ ਸੀਗੀ ਲੈਟਸ ਸੇ ਫਰਮ ਅੰਮ੍ਰਿਤਸਰ ਟੂ ਟੋਰਾਂਟੋ ਅੰਮ੍ਰਿਤਸਰ ਟੂ ਵੈਨਕੂਵਰ ਉਹਦੀ ਕੀ ਕਾਸਟ ਸੀਗੀ So the cost somewhere 26 was Parisi, including the ground transportation, which was to be organized for the people to be picked up either from Moga, Jalandhar, or anywhere in Punjab to be dropped at Amritsar. That's what the complete take, including all the taxes. I'm again putting up, including all the taxes, and that was the cost. Yeah. ਜਿਹੜਾ amount ਹੈ ਸਿਰਫ total ਉਹ ਇੱਕ ਵਾਰੀ ਫਿਰ ਤੋਂ ਦੱਸੋਗੇ ਸਿੱਧੂ ਸਰ That was $2,600 in taxes, local ground transportation. 27.5. I don't remember it now because I have deleted everything out of my system now. 26.75, something of that sort. So, ਉਹ amount ਚ ਸਾਰਾ ਕੁਝ all inclusive ਸੀਗਾ up to when people would land in Toronto or in Vancouver. Absolutely right. ਤੇ ਜਦੋਂ ਤੁਹਾਡਾ ਇਹ ਸਾਰਾ ਕੁਝ ਕੈਨਸਲ ਹੋ ਗਿਆ ਉਸ ਤੋਂ ਬਾਅਦ ਤੁਹਾਨੂੰ ਕਿਸੇ ਮੈਂਬਰ ਪਾਰਲੀਮੈਂਟ ਨੇ ਕੰਟੈਕਟ ਕੀਤਾ ਜੀ ਮੈਨੂੰ ਨਾ ਪਹਿਲਾਂ ਕਿਸੇ ਨੇ ਕੰਟੈਕਟ ਕੀਤਾ ਨਾ ਹੁਣ ਕੀਤਾ ਜੀ neither do I expect a call from them from the learned people because they have been calling me names and all those things on different radio shows and I don't expect a call from those guys now and neither I would like to entertain their calls also because they have been pointing unnecessary fingers at me and trying to malign my reputation there. I have no interest in pursuing any career against them anywhere in Canada. And I'm not expecting, honestly, any call from these guys. So, ਜਿਹੜੇ ਤੁਹਾਡੇ ਟੀਮ ਮੈਂਬਰਸ ਵੈਨਕੂਵਰ ਦੇ ਵਿੱਚ ਬੇਸਡ ਹੈਗੇ ਨੇ ਉਹਨਾਂ ਨੂੰ ਕਿਸੇ ਮੈਂਬਰ ਪਾਰਲੀਮੈਂਟ ਨੇ ਕੰਟੈਕਟ ਕੀਤਾ ਇਹ ਸਾਰੇ ਸਿਚੁਏਸ਼ਨ ਦੇ ਬਾਰੇ ਹਾਂਜੀ ਦੋ ਆਈ ਵੁੱਡ ਸੇ ਜਿਹੜੇ ਲੋਕਲ ਉੱਥੇ ਦੇ ਐਮਪੀਜ਼ ਹੈ ਜਿਨ੍ਹਾਂ ਨੂੰ ਆਪਾਂ ਪੰਜਾਬੀ ਚ ਗੋਰੇ ਐਮਪੀਜ਼ ਕਹਿੰਦੇ ਆ ਟੱਚ ਦਾ ਪੰਜਾਬੀਜ਼ ਨਹੀਂ ਪੰਜਾਬੀ ਨਹੀਂ ਉਹਨਾਂ ਨੇ ਕਿਸੇ ਨੇ ਨਹੀਂ ਕੀਤਾ ਜੀ ਠੀਕ ਹੈ ਜੀ ਸੋ ਐਂਡ ਦੇ ਵਿੱਚ ਤੁਹਾਡੇ ਕੋਲੋਂ ਅਸੀਂ ਇਹ ਜਾਣਨਾ ਚਾਹੁੰਦੇ ਕਿ ਤੁਸੀਂ ਬਿਕਾਜ਼ ਯੂ ਆਰ ਇਨ ਪੰਜਾਬ ਕੈਨੇਡੀਅਨਸ ਆਰ ਸਟਕ ਇਨ ਪੰਜਾਬ ਸਾਨੂੰ ਦੱਸੋ ਵੀ ਜਿਹੜੇ ਤੁਹਾਨੂੰ ਲੋਕ ਕਾਲ ਕਰ ਰਹੇ ਨੇ ਉਹਨਾਂ ਦੀਆਂ ਕੀ ਮੁਸ਼ਕਲਾਂ ਨੇ what are they telling you as to what can happen to them while they are stuck in India or in Punjab? So, see, there are a lot of old age people stuck here. Cancer, their patients हैं, उन्होंने medicines खत्म हो गई. छोटे बच्चे हैं, वो Indian food नहीं खा सकते, उन्होंने दूध खत्म हो गया. छोटे कई हैं, कई pregnant ladies हैं. जिन्हों की प्रॉब्लम आ रही है वो कहते हैं अगर डेज बाद के वी कैनॉट फ्लाई बैक द किड्स विल बी बोर्न हियर दे कैनॉट बी बोर्न इन कैनेडा क्योंकि टाइम पीरियड ਹੁੰਦਾ they can fly in the plane ਉਸ ਤੋਂ ਇਲਾਵਾ with the most important and which I think nobody is addressing is harvest season has started in Punjab and harvest season even Punjabis also have lot of issues with that they have asthmatic problem they have skin allergies due to that and immune system of people these days of young kids is not that good so they are already facing allergy I've already got a lot of calls today also ji sade bachche nu allergy hai harvest to badi dikkat aa rahi hai saah di problem khana nahi kha pa rahe so these are the problems they are facing these are the actual problems they are facing over here because harvest season is going on and it's in the full swing here so you can imagine people are living here. So, end the which Sidhu sab, what would you like to say to the Canadians watching this show, living or at present who are in Canada, as to what can they do to help the Canadians stuck in Punjab? I would say they should wake up their honorable, learned Canadian Punjabi origin member parliaments to do something and do it from heart, not to take credits and to put saropas over there once they land over there. They should rise above all these things and help the Punjabis here and make sure the tickets cost should not be that expensive what it was earlier. I know it for sure the tickets costs are not that much and we have very clearly showcased that what is the cost of the ticket and they are still charging the last flight which went it's again expensive up till Montreal $2,900 then another $1,000 from there to Toronto or to Vancouver. So I don't know how these Canadian MPs can do it, but they are in the parliament. They can raise some voices, and their fellow. These are the only same guys who have chosen them, and
They voted for these guys. So they need to wake up now. It's high time. Well, thank you for being part of our show today, Mr. Sidhu. And we will be glad to get you back again if anything changes in the next near future. Thank you again. Thank you for watching. Thank you. Okay. Bye-bye. Bye. Tusi watch kar rahe sige The Grewal Show. Today we had Newton Sidhu from Chandigarh as our guest. Next week, next show, someone else. If you would like to have someone showcased on our show, do let us know. We'll be glad to bring that guest on our show. Thank you for watching The Grewal Show. Sat Shri Akal.